ਬਿਲਕੁਲ ਤੁਸੀਂ ਦੇਖੋ ਨਾ ਕਿ ਵੀ ਭਾਜਪਾ ਜਿਹੜੀ ਹੈ ਦੇਸ਼ ਦਾ ਸਾਰਾ ਪੈਸਾ ਲੁੱਟ ਕੇ ਦੇਸ਼ ਕੋ ਚੰਦ ਪੂੰਜੀਪਤੀਆਂ ਨੂੰ ਦੇ ਰਹੀ ਹੈ, ਉਹਨਾਂ ਤੋਂ ਰਿਸ਼ਵਤ ਲੈ ਕੇ ਸਾਰੇ ਦੇਸ਼ ਵਿੱਚ ਐਮਐਲਏ ਖਰੀਦ ਰਹੀ ਹੈ, ਦੇਸ਼ ਨੂੰ ਆਰਥਿਕ ਗੁਲਾਮੀ ਵੱਲ ਧੱਕ ਰਹੀ ਹੈ ਔਰ ਉਹਦੇ ਨਾਲ ਦੇਸ਼ ਦਾ ਜਿਹੜਾ ਲੋਕਤੰਤਰ ਹੈ ਉਹਦਾ ਗਲਾ ਘੋਟ ਰਹੀ ਹੈਗੀ ਹੈ ਔਰ ਕਾਂਗਰਸ ਉਹਦਾ ਸਾਥ ਦੇ ਰਹੀ ਹੈ। ਖਹਿਰਾ ਸਾਹਿਬ ਵੀ ਗਏ, ਬਾਜਵਾ ਸਾਹਿਬ ਵੀ ਗਏ, ਹੋਰ ਇਸ ਤੋਂ ਵੱਡਾ ਸਬੂਤ ਕੀ ਹੈਗਾ? ਠੀਕ ਹੈ ਖੜਿਆਲ ਜੀ, ਛੋਟੀ ਜਿਹੀ ਸਟੇਟਮੈਂਟ ਸੂਦ ਸਾਹਿਬ ਮੈਂ ਤੁਹਾਡੇ ਕੋਲ ਆ ਰਿਹਾ। ਖੜਿਆਲ ਜੀ ਦੇਖੋ ਪੁਆਇੰਟ ਤਾਂ ਇਹ ਹੈ ਕਿ ਜੇਕਰ ਤੁਸੀਂ ਐਮਐਲਏ ਖਰੀਦਣ ਵਾਲੀ ਗੱਲ ਦੇ ਉੱਤੇ ਬਿਲਕੁਲ ਕਲੀਨ ਚਿਟ ਦੇ ਰਹੇ ਹੋ ਤਾਂ ਫਿਰ ਕੁਐਸਚਨ ਮਾਰਕ ਹੈ, ਜੇ ਬੀਜੇਪੀ ਨੂੰ ਕਲੀਨ ਚਿਟ ਦੇ ਰਹੇ ਹੋ ਤਾਂ ਫਿਰ ਕੁਐਸਚਨ ਮਾਰਕ ਹੈ। ਮੈਂ ਗੌਰਵ ਜੀ ਇਹਨਾਂ ਨੂੰ ਮੈਂ ਕਾਈਂਡਲੀ ਰਿਕੁਐਸਟ ਕਰਦਾ ਹਾਂ, ਮੇਰਾ ਕੋਈ ਬਿਆਨ ਦਿਖਾ ਦੇਣ ਜਿੱਥੇ ਮੈਂ ਜਾਂ ਕਿਸੇ ਸਾਡੇ ਪਾਰਟੀ ਮੈਂਬਰ ਨੇ ਕਿਹਾ ਹੋਵੇ ਵੀ ਕਲੀਨ ਚਿਟ ਦਿੱਤੀ ਬੀਜੇਪੀ ਨੂੰ। ਨਹੀਂ, ਅਸੀਂ ਕਹਿ ਰਹੇ ਹਾਂ ਵੀ ਐਕਸ਼ਨ ਲਓ। ਤੁਸੀਂ ਕਹਿ ਰਹੇ 9 ਐਮਐਲਏਸ ਅਪਰੋਚ ਹੋ ਗਏ, 1375 ਕਰੋੜ ਰੁਪਇਆ ਪੰਜਾਬ 'ਚ ਪਿਆ ਹੈ, ਫਿਰ ਉਡੀਕ ਕਿਹਨੂੰ ਰਹੇ ਹੋ? ਕਿਸ ਚੀਜ਼ ਦੀ ਵੇਟ ਹੋ ਰਹੀ ਹੈ? ਰੇਡ ਕਰਵਾਓ ਤੇ ਪੈਸਾ ਚੱਕੋ, ਪੰਜਾਬ ਦੇ ਲੋਕਾਂ ਨੂੰ ਲਾਓ। ਜਿਹੜੇ ਬੰਦਿਆਂ ਨੇ ਤੁਹਾਨੂੰ ਬ੍ਰਾਈਬ ਆਪਰੇਸ਼ਨ ਲੋਟਸ ਦੀ ਨਿੰਦਾ ਕਰਦੇ ਹੋ। ਨਾ ਬੋਲੋ ਪਲੀਜ਼, ਵਿੱਚ ਨਾ ਬੋਲੋ ਸਰ, ਪਲੀਜ਼ ਕਾਈਂਡਲੀ ਮਲਹੋਤਰਾ ਸਾਹਿਬ ਤੁਹਾਡੇ ਟੈਕਸ ਦੀ ਬੋਲਿਆ। ਦੂਜੀ ਗੱਲ ਦੇਖੋ ਗੌਰਵ ਜੀ, ਅੰਡਰਸਟੂਡ ਹੈ, ਤੁਹਾਨੂੰ ਕੋਈ ਬ੍ਰਾਈਬ ਆਫਰ ਕਰੂਗਾ ਗੌਰਵ ਜੀ, ਕੋਈ ਬੰਦਾ ਆਊਗਾ, ਕੋਈ ਫੋਨ ਆਊ, ਕੋਈ ਮੈਸੇਜ ਆਊ, ਕੁਛ ਨਾ ਕੁਛ ਤਾਂ ਹੋਊ। ਕੋਈ ਨੰਬਰ ਹੀ ਨਹੀਂ, ਕੋਈ ਨਾਮ ਹੀ ਨਹੀਂ, ਕੋਈ ਕਾਰ ਨਹੀਂ, ਕੁਛ ਨਹੀਂ, ਨਥਿੰਗ ਐਟ ਆਲ। ਫਿਰ ਕਿਹੜੇ ਹਿਸਾਬ ਨਾਲ ਮੰਨ ਲਈ? ਤੇ ਤੀਜੀ ਗੱਲ ਇਹਨਾਂ ਨੇ ਅੱਜ ਰਾਘਵ ਚੱਡਾ ਜੀ ਵੀ ਕਹਿ ਰਹੇ ਸੀ ਕਿਉਂਕਿ ਇੱਥੇ ਜੇ ਲਿਖਿਆ ਹੀ ਨਹੀਂ ਹੈ, ਪ੍ਰੋਵੀਜ਼ਨ ਦਾ ਨਾ ਹੋਣਾ ਮਤਲਬ ਨਹੀਂ ਹੈ ਪ੍ਰੋਹਿਬਿਸ਼ਨ। ਇਹ ਬੇਸਿਕਲੀ ਵੀ ਪ੍ਰੋਵੀਜ਼ਨ ਨਹੀਂ ਹੈ ਤਾਂ ਇਹ ਨਹੀਂ ਮਤਲਬ ਹੈਗਾ ਵੀ ਅਸੀਂ ਕਰ ਨਹੀਂ ਸਕਦੇ। ਮੈਂ ਇਹ ਲੌਜਿਕ ਦਾ ਜਵਾਬ ਦੇਣਾ ਕਿ ਆਈਪੀਸੀ ਦੇ ਵਿੱਚ ਮਰਡਰ ਡਿਫਾਈਨਡ ਹੈ, ਮਰਡਰ ਦੀ ਸਜ਼ਾ ਡਿਫਾਈਨਡ ਹੈ। ਇਹ ਨਹੀਂ ਲਿਖਿਆ ਵੀ ਮਰਡਰ ਨਹੀਂ ਕਰ ਸਕਦੇ, ਤਾਂ ਇਹਦਾ ਇਹ ਮਤਲਬ ਕੱਢੋਗੇ ਹੁਣ ਤੁਸੀਂ ਵੀ ਅਸੀਂ ਮਰਡਰ ਕਰ ਸਕਦੇ ਹਾਂ ਜੀ, ਕਿਉਂਕਿ ਲਿਖਿਆ ਨਹੀਂ ਹੈਗਾ ਮਰਡਰ ਪ੍ਰੋਹਿਬਿਟਡ ਹੈ। ਕਿੱਦਾਂ ਦੀਆਂ ਗੱਲਾਂ? ਠੀਕ ਹੈ, ਚਲੋ ਮੇਰਾ ਗੌਰਵ ਜੀ ਇਹਨਾਂ ਨੂੰ ਇੱਕ ਚੀਜ਼ ਪੁੱਛੋ, ਇੱਕ ਚੀਜ਼ ਕਿ ਪ੍ਰੋਵੀਜ਼ਨ ਦੱਸ ਦਿਓ ਮਲਹੋਤਰਾ ਸਾਹਿਬ, ਕੌਨਫੀਡੈਂਸ ਮੋਸ਼ਨ ਦੀ ਪੰਜਾਬ ਵਿਧਾਨ ਸਭਾ ਦੀ। ਛੋਟਾ ਜਿਹਾ ਸਟੇਟਮੈਂਟ ਸੂਦ ਸਾਹਿਬ ਔਰ ਸੁਖੀ ਜੀ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਆਰਪੀਐਸ ਜੀ ਜ਼ਰੂਰੀ ਹੈ ਤੁਹਾਡੀ ਸਟੇਟਮੈਂਟ। ਦੇਖੋ ਉਹਨਾਂ ਨੇ ਐਗਜ਼ਾਮਪਲ ਸਿੱਧਾ 302 ਦੀ ਦੇ ਦਿੱਤੀ। ਆਰਪੀਐਸ ਜੀ ਅੱਜ ਦੀ ਡੇਟ ਵਿੱਚ ਭਾਜਪਾ ਦੀ ਵਕਾਲਤ ਕਾਂਗਰਸ ਤੋਂ ਵੱਧ ਹੋਰ ਕੋਈ ਨਹੀਂ ਕਰ ਰਿਹਾ। ਤੁਸੀਂ ਦੇਖ ਲਓ ਤੁਹਾਡੇ ਸਾਹਮਣੇ। ਔਰ ਕੀ ਇਹਨਾਂ ਨੂੰ ਨਹੀਂ ਪਤਾ ਕਿ ਅੱਜ ਤੋਂ ਪਹਿਲਾਂ 12 ਵਾਰੀ ਕੌਨਫੀਡੈਂਸ ਮੋਸ਼ਨ ਜਿਹੜਾ ਦੇਸ਼ ਵਿੱਚ ਮੂਵ ਹੋ ਚੁੱਕਿਆ ਹੈ, ਉਹ ਕਿਉਂ ਅਲਾਉ ਕੀਤਾ ਗਿਆ ਔਰ ਕਦੀ ਉਹਨੂੰ ਡਿਸਅਲਾਉ ਨਹੀਂ ਕੀਤਾ ਗਿਆ? ਇਹ ਜਾਣਬੁੱਝ ਕੇ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ, ਝੂਠ ਬੋਲ ਰਹੇ ਹੈਗੇ ਹੈ। ਇਸ ਦੀ ਕੋਈ ਉਸ ਤੇ ਮਨਾਹੀ ਨਹੀਂ ਹੈ। ਔਰ ਤੁਹਾਨੂੰ ਲੱਗਦਾ ਸੀ ਕਿ ਤੁਹਾਨੂੰ ਅਸਲ ਲੱਗ ਰਿਹਾ ਸੀ ਆਰਪੀਐਸ ਜੀ ਕਿ ਆਪਰੇਸ਼ਨ ਲੋਟਸ ਦੇ ਉੱਤੇ ਕਾਂਗਰਸ ਦਾ ਸਾਥ ਤਾਂ ਮਿਲੇਗਾ, ਉਹ ਨਹੀਂ ਮਿਲਿਆ ਪੰਜਾਬ ਦੇ ਵਿੱਚ। ਬਿਲਕੁਲ ਦੇਖੋ ਇਹ ਮਾਰ ਖਾ ਕੇ ਵੀ ਉਹਨਾਂ ਦੇ ਪੀੜਿਤ ਨੇ ਕਿ ਸ਼ਾਇਦ ਮਿਲ ਜਾਏਗਾ ਸਾਥ। ਉਹਨਾਂ ਤੋਂ ਮਾਰ ਖਾ ਕੇ ਵੀ ਉਹਨਾਂ ਦਾ ਸਾਥ ਦੇਣ ਨੂੰ ਮਜਬੂਰ। ਚਲੋ ਠੀਕ ਹੈ, ਥੋੜਾ ਇੰਤਜ਼ਾਰ ਕਰੋ, ਥੋੜਾ ਟਾਈਮ ਬਹੁਤ ਹੋ ਗਿਆ, ਮੈਨੂੰ ਇੱਕ ਵਾਰੀ ਐਡ ਕਰਨ ਦਿਓ। ਉਮੀਦ ਹੈ ਆਵਾਜ਼ ਪਹੁੰਚ ਰਹੀ ਹੋਏਗੀ ਉਹਨਾਂ ਤੱਕ। ਸਭਾ ਦੇ ਵਿੱਚ ਗੌਰਵ ਜੀ ਮੈਂ 10 ਸੈਕਿੰਡ ਲੈ ਰਿਹਾ ਕਾਈਂਡਲੀ। ਮਾਰ ਦੀ ਗੱਲ ਕਰਦੇ ਸਭ ਨੂੰ ਪਤਾ ਹੈ ਜਿਹੜੀ ਮਾਰ ਆਮ ਆਦਮੀ ਪਾਰਟੀ ਦੇ ਪਈ ਹੈ। 0 ਲੋਕ ਸਭਾ ਐਮਪੀ ਤੁਹਾਡੇ, 153 ਦੇਸ਼ ਦੇ ਵਿੱਚ ਐਮਐਲਏ ਤੁਹਾਡੇ, 756 ਐਮਐਲਏ ਹਰ ਸਾਲ ਸਾਡੀ ਤੁਸੀਂ ਨੇੜੇ ਨਹੀਂ ਆਉਂਦੇ। ਚਲੋ ਥੋੜਾ ਇੰਤਜ਼ਾਰ ਕਰੋ ਸਰ, ਬਾਕੀ ਸਾਰੇ ਨੂੰ ਆਪਾਂ ਐਡ ਕਰ ਮਲਹੋਤਰਾ ਜੀ, ਖੜਿਆਲ ਜੀ, ਮੈਂ ਤੁਹਾਡੇ ਕੋਲ ਆਉਣਾ। ਸੁਖੀ ਜੀ ਦੇਖੋ ਦੋ ਇਸ ਪੈਨਲ ਦੇ ਵਿੱਚ ਸਾਰੇ ਸੀਨੀਅਰ ਹੈ, ਪਰ ਸੂਦ ਸਾਹਿਬ ਤੇ ਡਾਕਟਰ ਸੁਖੀ ਆਪਾਂ ਸਾਰੇ ਦੇਖ ਰਹੇ ਹਾਂ ਕਿ ਬਹੁਤ ਸੀਨੀਅਰ ਔਰ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਹਾਂ। ਮੈਂ ਪਹਿਲਾਂ ਤੀਕਸ਼ਣ ਸੂਦ ਜੀ ਦਾ ਜ਼ਿਕਰ ਕਰਦਾ, ਉਹਨਾਂ ਦਾ ਰੁਖ ਕਰਾਂਗਾ। ਮੈਂ ਡਾਕਟਰ ਸੁਖੀ ਤੁਹਾਡੇ ਕੋਲ ਵੀ ਆਉਂਗਾ, ਪਰ ਪਹਿਲਾਂ ਮੈਂ ਸੂਦ ਸਾਹਿਬ ਦਾ ਰੁਖ ਕਰਦਾ। ਸੂਦ ਸਾਹਿਬ ਉਮੀਦ ਹੈ ਮੇਰੀ ਆਵਾਜ਼ ਪਹੁੰਚ ਰਹੀ ਹੋਏਗੀ। मेरा सवाल यही है कि आम आदमी पार्टी कह रही है कि संविधान का कतल होया, खिलवाड़ कर दिता गया, लोकतंत्र का कतल होया जिस तरीके नाल फैसला लिया गया। संविधान दे विच किते नहीं लिखिया होया कि तुसी सिर्फ कॉन्फिडेंस मोशन दे लई सैशन नहीं सद सकते। ये विवेक दे उत्ते निर्भर करदा सी राजपाल दे, ते उन्हां ने लोकतंत्र का कतल कर दिता ते अगेंस्ट फैसला ले लिया, ते उस दे पिछे है बीजेपी। सेंटर तो कॉल आई, उस तो बाद ये सब कुछ होया। गौरव जी पहली गल तो यह आ कि पवित्र सदन आ, ये सूबे के मुद्दों वास्ते हुंदा, सूबे के लोगों वास्ते हुंदा, देश के हित विच उत्थे गल्लां करने वास्ते हुंदा, डिस्कशन करने वास्ते हुंदा, ना कि उत्थे किसी मदारी के तमाशे वास्ते हुंदा। ते आम आदमी पार्टी उत्थे एक मदारी का तमाशा करने की प्लैनिंग लैके चली सी। सारा स्क्रिप्टेड इन्हां दा सारा प्रोग्राम सीगा। पहला यही सारा कुछ दिल्ली करके आ गए, ਤੇ ਫਿਰ ਜਦੋਂ ਇਹਨਾਂ ਨੇ ਪੰਜਾਬ 'ਚ ਇਲਜ਼ਾਮ ਲਾਏ 25 ਕਰੋੜ ਵਾਲੇ, ਤੁਹਾਨੂੰ ਯਾਦ ਹੋਊਗਾ ਸੀ ਮੈਂ ਪੈਨਲ ਸਿਟਿੰਗ 'ਚ ਬੈਠਾ ਸੀ, ਸੇਮ ਡੇ ਮੈਂ ਉਦੋਂ ਹੀ ਕਹਿਤਾ ਸੀ ਹੁਣ ਇਹਨਾਂ ਨੇ ਸੈਸ਼ਨ ਬੁਲਾਣਾ। ਮਤਲਬ ਇਹ ਤਾਂ ਬੱਚਾ ਵੀ ਜਾਣ ਸਕਦਾ ਵੀ ਇਹਨਾਂ ਦਾ ਮਕਸਦ ਕੀ ਆ, ਇਹਨਾਂ ਦੀ ਮਨਸ਼ਾ ਕੀ ਆ। ਇਹ ਸਿਰਫ ਆਪਣੀ ਡਫਲੀ ਵਜਾਉਣਾ ਚਾਹੁੰਦੇ ਆ ਤੇ ਹੋਰ ਕੁਝ ਨਹੀਂ।
ਬਾਕੀ ਗੱਲ ਰਹੀ ਸੰਵਿਧਾਨ, ਲੋਕਤੰਤਰ ਸੰਵਿਧਾਨ, ਇਹ ਕੇਜਰੀਵਾਲ ਸਾਹਿਬ ਦਾ ਨਹੀਂ ਚੱਲਣਾ, ਭਗਵੰਤ ਮਾਨ ਦਾ ਨਹੀਂ ਚੱਲਣਾ, ਬਾਬਾ ਅੰਬੇਦਕਰ ਸਾਹਿਬ ਨੇ ਜੋ ਲਿਖਿਆ ਉਹ ਚੱਲਣਾ ਹੈਗਾ। ਵਿਧਾਨ ਸਭਾ ਚਲਾਉਣ ਲਈ ਕੰਡਕਟ ਰੂਲਸ ਬਣੇ ਹੋਏ ਆ। ਸੰਵਿਧਾਨ ਦੇ ਵਿੱਚ ਕੌਨਫੀਡੈਂਸ ਸਿਰਫ ਉਦੋਂ ਲਿਆ ਜਾਂਦਾ ਜਦੋਂ ਸਰਕਾਰ ਬਣਾਣੀ ਹੋਵੇ ਔਰ ਉਹਦੇ 'ਚ ਕੋਈ ਸ਼ੰਕਾ ਦੀ ਗੱਲ ਹੋਵੇ, ਕੋਈ ਕਿੰਤੂ ਪਰੰਤੂ ਹੋਵੇ। ਪਰ ਸਿਰਫ ਇਲਜ਼ਾਮ ਲਾ ਕੇ ਕਿ ਸਾਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਮੈਂ ਕਹਿਣਾ ਚਾਹੁੰਦਾ ਗੌਰਵ ਸ਼ੁਕਲਾ ਜੀ, ਭਗਵੰਤ ਮਾਨ ਜੀ ਨੂੰ, ਤੁਹਾਨੂੰ ਕੌਨਫੀਡੈਂਸ ਮੋਸ਼ਨ ਜਨਤਾ ਦਾ ਸੰਗਰੂਰ ਇਲੈਕਸ਼ਨ 'ਚ ਨਹੀਂ ਪਤਾ ਲੱਗਿਆ ਵੀ ਕੀ ਕੌਨਫੀਡੈਂਸ ਹੈ ਤੇ ਕੀ ਨੌਨ ਕੌਨਫੀਡੈਂਸ ਆ। ਜੇ ਤੁਹਾਨੂੰ ਅੱਜ ਵੀ ਸ਼ੱਕ ਆ ਤੇ ਤੁਹਾਡੀ ਕੌਨਫੀਡੈਂਸ ਨਹੀਂ ਹੈਗਾ ਲੋਕਾਂ ਨੂੰ, ਤਾਂ ਤੁਸੀਂ ਦੁਬਾਰਾ ਚੋਣ ਦੇ ਵਿੱਚ ਆ ਜਾਓ, ਪਤਾ ਲੱਗ ਜਾਊਗਾ ਕਿੰਨਾ ਕਿ ਤੁਹਾਡੇ 'ਚ ਕੌਨਫੀਡੈਂਸ ਆ। ਐਵੇਂ ਹੀ ਰੌਲਾ ਪਾਈ ਜਾਂਦੇ, ਕੰਨ ਪੱਕ ਜਾਂਦੇ। ਚਲੋ ਤੁਹਾਡੇ ਚੈਨਲ ਵਾਲਿਆਂ ਦੀ ਤਾਂ ਮਜਬੂਰੀ ਆ, ਪੇਮੈਂਟ ਕਰਦੇ ਆ, ਸਾਡਾ ਕੰਮ ਬੋਲਦਾ, ਸਾਡਾ ਕੰਮ ਬੋਲਦਾ, ਸਾਡਾ ਕੰਮ ਬੋਲਦਾ। ਕਿਹੜਾ ਕੰਮ ਬੋਲਦਾ ਜੀ? ਦੱਸੋ ਕਿਹੜਾ ਕੰਮ ਬੋਲਿਆ ਹਲੇ ਤੱਕ ਇਹਨਾਂ ਦਾ? ਹੁਣ ਵੀ ਮਲਹੋਤਰਾ ਸਾਹਿਬ ਨੇ ਕਹਿ ਦਿੱਤਾ 20,000 ਮੁਲਾਜ਼ਮ ਭਰਤੀ ਕਰ ਲਏ। ਜਦੋਂ ਕੁਰਸੀ ਤੇ ਬੈਠਣਗੇ ਮਲਹੋਤਰਾ ਸਾਹਿਬ, ਤਨਖਾਹ ਪਹਿਲੀ ਜੇਬ ਚ ਪਾਣਗੇ ਨਾ, ਉਦੋਂ ਗਿਣਾਂਗੇ 20,000 ਮੁਲਾਜ਼ਮ ਪੱਕੇ ਹੋ ਗਏ। ਐਡੇ ਬੋਰਡ ਲਾਤੇ, ਬਜਟ ਪਾਸ ਹੋਣ ਤੋਂ ਬਾਅਦ 16 ਮੈਡੀਕਲ ਕਾਲਜ, ਇੱਕ ਮੈਡੀਕਲ ਕਾਲਜ ਸੰਤਾ ਦੀ ਨਹੀਂ, ਫਿਰ 36,000 ਮੁਲਾਜ਼ਮ ਪੱਕੇ। ਪੱਕੇ ਕਦੋਂ ਹੋਣੇ? ਹਾਲੇ ਤੱਕ ਪੱਕੇ ਤਾਂ ਹਾਲੇ ਤੱਕ ਹੋਏ ਹੀ ਨਹੀਂ, ਉਹਨਾਂ ਦਾ ਤਾਂ ਹਾਲੇ ਕੋਈ ਸਿਰ ਪੈਰ ਹੀ ਨਹੀਂ ਆ। ਹਰ ਗੱਲ ਦਾ ਕਿਸਾਨ ਨੂੰ ਕਹਿੰਦਾ ਮੂੰਗੀ ਬੀਜੋ, ਤੁਹਾਨੂੰ MSP ਦੇਵਾਂਗੇ। ਬਾਅਦ ਚ ਸੈਂਟਰ, ਮੇਰੀ ਗੱਲ ਸੁਣ ਲਓ ਜੀ, ਸੈਂਟਰ ਵੱਲ ਚਲੇ ਗਏ, ਇਹਨਾਂ ਨੂੰ MSP ਦਿਓ, ਫਿਰ ਕਹਿੰਦੇ ਡਾਇਰੈਕਟ ਬਿਜਾਈ ਜਦੋਂ ਝੋਨੇ ਦੀ। ਬੀਜੇਪੀ ਬਹੁਤ ਕਲੀਅਰ ਹੈ ਕਿ ਵਾਕਈ ਇਸ ਤਰੀਕੇ ਦਾ ਡਿਸੀਜਨ ਹੋਣਾ ਚਾਹੀਦਾ ਸੀ। ਬਿਲਕੁਲ ਆਮ ਆਦਮੀ ਪਾਰਟੀ ਸ਼ੁਕਲਾ ਸਾਹਿਬ ਇੱਕ ਡਰਾਮੇਬਾਜ਼ਾਂ ਦੀ ਪਾਰਟੀ ਆ, ਝੂਠ ਦੀ ਬੁਨਿਆਦ ਤੇ ਖੜੀ ਆ। ਕੇਜਰੀਵਾਲ ਸਾਹਿਬ ਜਦੋਂ ਪੋਲਿਟਿਕਸ ਐਂਟਰ ਹੋਏ ਸੀ, ਕਹਿੰਦੇ ਸੀ ਮੈਂ ਚੁਣਾਵ ਨਹੀਂ ਲੜੂੰਗਾ। ਫਿਰ ਚੁਣਾਵ ਲੜ ਲਿਆ, ਕਹਿੰਦੇ ਮੈਂ ਕੋਈ VIP ਟ੍ਰੀਟਮੈਂਟ, ਬੰਗਲਾ ਨਹੀਂ ਲਊਂਗਾ, ਗੱਡੀ ਨਹੀਂ ਲਊਂਗਾ, ਸਿਕਿਉਰਿਟੀ ਨਹੀਂ ਲਊਂਗਾ। ਅੱਜ ਸਾਰਾ ਕੁਝ ਨੰਗਾ ਹੋ ਚੁੱਕਾ। ਮੈਂ ਤਾਂ ਇਹ ਕਹਿੰਦਾ ਕੌਨਫੀਡੈਂਸ ਮੋਸ਼ਨ ਭਗਵੰਤ ਮਾਨ ਨੂੰ ਕੇਜਰੀਵਾਲ ਦੇ ਅਗੇਂਸਟ ਲੈਣਾ ਚਾਹੀਦਾ। ਉੱਥੇ ਗੜਬੜੀ ਆ ਸਾਰੀ, ਉਹ ਗੜਬੜੀ ਦੀਆਂ ਤਿਆਰੀਆਂ ਹੋ ਰਹੀਆਂ। ਅਸੀਂ ਸ਼ੁਰੂ ਤੋਂ ਕਹਿੰਦੇ ਆ ਦਿੱਲੀ ਜਾ ਰਹੇ ਰਾਜੇ, ਤੇ ਸੰਭਾਲ ਲਓ। ਸੁਖੀ ਇਸ ਵਿਚਾਲੇ ਕੁਝ ਕਹਿਣਾ ਚਾਹ ਰਹੇ ਨੇ। ਤੁਹਾਨੂੰ ਵਿਦੇਸ਼ ਪਿੱਛੇ ਸਾਰਾ षड्यंत्र ਰਚਿਆ ਗਿਆ। ਤੁਹਾਡੇ ਕੋਲ ਵਾਪਸ ਹੋਣਾ ਜੀ ਸੂਦ ਸਾਹਿਬ, ਮੈਂ ਤੁਹਾਡੇ ਕੋਲ ਵਾਪਸ ਹੋਣਾ। ਡਾਕਟਰ ਸੁਖੀ ਦੇਖੋ, ਮਲਹੋਤਰਾ ਸਾਹਿਬ ਬੜੇ ਸਿਆਣੇ ਆ, ਪਰ ਮੈਨੂੰ ਇੱਕ ਗੱਲ ਸਮਝ ਨਹੀਂ ਲੱਗੀ ਕਿ ਇਹ ਬਾਰ-ਬਾਰ ਕਹਿੰਦੇ ਕਿ ਡੈਮੋਕ੍ਰੇਸੀ ਦਾ ਮਰਡਰ ਹੋਇਆ। ਇੰਨੀ ਦਿੱਲੀ ਦੇ ਵਿਧਾਨ ਸਭਾ ਦੇ ਵਿੱਚ ਵੀ ਲਿਖੀ ਗੱਲ ਕਿ 20 ਕਰੋੜ ਦਾ ਸਾਨੂੰ ਆਫਰ ਆ MLA ਨੂੰ, ਔਰ ਪੰਜਾਬ ਦੇ ਅੰਦਰ ਇਹਨਾਂ ਨੇ 5 ਕਰੋੜ ਵਧਾ ਕੇ 25 ਕਰੋੜ ਕਰਤਾ। ਇਹ ਆਪਰੇਸ਼ਨ ਲੋਟਸ ਨੂੰ ਫੇਲ ਕਰਨਾ ਚਾਹੁੰਦੇ, ਇਹ ਲੋਕਾਂ 'ਚ ਗੱਲ ਲੈ ਕੇ ਜਾਂਦੇ। ਇਹਨਾਂ ਨੇ ਲੋਕਾਂ ਦਾ ਜਿਹੜਾ ਪੈਸਾ, ਦਿਨ ਰਾਤ ਦੀ ਜਿਹੜੀ ਕਮਾਈ ਹੈ, ਖੂਨ ਪਸੀਨੇ ਦੀ ਕਮਾਈ ਹੁੰਦੀ, ਉਹਨੂੰ ਏਦਾਂ ਇਹਨਾਂ ਨੇ ਆਪਣੀ ਮਸ਼ਹੂਰੀ ਲਈ ਵਰਤਣਾ ਸ਼ੁਰੂ ਕੀਤਾ। ਮੈਂ ਤਾਂ ਇੱਕ ਗੱਲ ਜਾਣਨੀ ਚਾਹੁੰਦਾ ਇਹਨਾਂ ਤੋਂ, ਔਰ ਮੈਂ BJP ਤੋਂ, ਕਿਉਂਕਿ ਅੱਜ ਅਸੀਂ ਜਿਹੜੀ ਦੁਪਹਿਰੇ ਵੀ ਕੀਤੀ ਸੀ ਅਸੀਂ ਪ੍ਰੈਸ ਕਾਨਫਰੰਸ, ਉਹਦੇ ਵਿੱਚ ਵੀ ਅਸੀਂ ਗੱਲ ਰੱਖੀ ਸੀ ਕਿ ਦੇਖੋ, ਜੇਕਰ ਇਹਨਾਂ ਦੇ MLA ਕੋਈ ਖਰੀਦ ਰਿਹਾ ਤਾਂ ਉਹਦੀ ਇੱਕ ਜਾਂਚ ਹੋਣੀ ਚਾਹੀਦੀ ਆ। ਕਿਉਂਕਿ ਜਿਹੜੇ FM ਹੈਗੇ ਹਰਪਾਲ ਚੀਮਾ ਜੀ, ਉਹਨਾਂ ਨੇ ਇੱਕ 14/9 ਨੂੰ PC ਕੀਤੀ। ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਡੇ 10 ਜਿਹੜੇ MLA ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਨੇ ਉਸ ਵੇਲੇ ਨਾਲ ਜਾ ਕੇ DGP ਕੋਲ ਗਏ ਔਰ ਆਪਣੀ ਸ਼ਿਕਾਇਤ ਦਰਜ ਕਰਕੇ ਉੱਥੇ FIR ਕਰਾਈ 14/9 ਨੂੰ। ਔਰ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਆਹ 10 ਸਾਡੇ MLA ਜਿਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ। ਪਰ ਬੜਾ ਅਫਸੋਸ ਹੈ ਕਿ ਉਹਦੇ ਵਿੱਚ ਇੱਕ ਵੀ ਕਿਸ ਬੰਦੇ ਦਾ ਫੋਨ ਆਇਆ, ਕਿਹੜਾ ਬੰਦਾ ਆਫਰ ਕਰ ਰਿਹਾ ਸੀ, ਉਹਦਾ ਨਾਂ ਕੀ ਆ, ਉਹਦਾ ਮੋਬਾਈਲ ਨੰਬਰ ਆ, ਉਹਨਾਂ ਨੇ ਕੁਝ ਨਹੀਂ ਦਿੱਤਾ। ਮੈਂ ਸਮਝਦਾ ਇਹ, ਔਰ ਸਭ ਤੋਂ ਵੱਡੀ ਗੱਲ, ਸਰਕਾਰ, DGP ਇਹਨਾਂ ਦਾ, ਸਰਕਾਰ ਇਹਨਾਂ ਦੀ, ਸਾਰੀ ਪੁਲਿਸ ਇਹਨਾਂ ਦੀ, ਅਜੇ ਤੱਕ 14 ਤੋਂ ਬਾਅਦ ਅਜੇ ਤੱਕ ਇੱਕ ਵੀ ਕੋਈ ਬੰਦਾ ਫੜਿਆ ਨਹੀਂ ਜਾ ਸਕਿਆ। ਪਹਿਲੀ ਗੱਲ ਤਾਂ ਇਹ ਨਾ, ਅਸੀਂ ਕੁਐਸਚਨ ਕਰਦੇ ਹਾਂ ਕਿ ਤੁਹਾਡੀ ਸਰਕਾਰ ਹੋਵੇ, ਤੁਸੀਂ ਇੱਕ ਵੀ ਬੰਦਾ ਨਹੀਂ ਦੱਸਿਆ। ਸੈਕੰਡ, ਅਸੀਂ ਗਵਰਨਰ ਸਾਹਿਬ ਤੋਂ ਵੀ ਕੁਐਸਚਨ ਕਰਦੇ ਹਾਂ ਕਿ ਉਹਨਾਂ ਨੇ ਜਦੋਂ ਇਹ ਜਿਹੜਾ ਅੱਜ ਸੈਸ਼ਨ ਰੱਦ ਕੀਤਾ ਕਿ ਉਹਨਾਂ ਨੇ ਇੱਕ ਇਨਕੁਆਇਰੀ ਬਿਠਾਈ ਕਿ ਪੰਜਾਬ ਦੇ ਅੰਦਰ ਡੈਮੋਕ੍ਰੇਸੀ ਦਾ ਮਰਡਰ ਹੋ ਰਿਹਾ। ਉਹਨਾਂ ਦੀ, ਕਿਉਂਕਿ ਉਹ ਕਨਸਟੀਟਿਊਸ਼ਨਲ ਹੈਡ ਆ ਸਾਡੇ, ਉਹਨਾਂ ਦੀ ਇੱਕ ਡਿਊਟੀ ਬਣਦੀ ਸੀ ਕਿ ਉਹ ਇਨਕੁਆਇਰੀ ਮਾਰਕ ਕਰਦੇ ਕਿ ਕਿਹੜੇ ਲੋਕ ਖਰੀਦ ਰਹੇ ਆ ਔਰ ਕਿਹੜੇ ਲੋਕ ਵਿਕ ਰਹੇ ਆ, ਤਾਂ ਕਿ ਪੰਜਾਬ ਦੇ ਲੋਕਾਂ ਨੂੰ ਸੱਚ ਪਤਾ ਲੱਗਦਾ। ਕਿ ਇਸ ਪੂਰੇ ਮਾਮਲੇ 'ਚ ਕੋਈ ਸਬੂਤ ਜਾਂ ਕੋਈ ਗ੍ਰਿਫਤਾਰੀ ਨਹੀਂ ਹੋਈ, ਹੁਣ ਤੱਕ ਸਾਹਮਣੇ ਨਹੀਂ ਆਇਆ ਕੁਝ ਵੀ ਇਸ ਤਰੀਕੇ ਨਾਲ। RPS ਜੀ ਗਵਰਨਰ ਸਾਹਿਬ ਤੋਂ, ਇਹ ਗਵਰਨਰ ਸਾਹਿਬ ਤੋਂ ਵੀ, ਇਹਨਾਂ ਤੋਂ ਵੀ, ਔਰ ਗਵਰਨਰ ਸਾਹਿਬ ਤੋਂ ਵੀ ਮੰਗ ਕਰਦੇ ਆ ਕਿ ਪੰਜਾਬ ਦੇ ਲੋਕਾਂ ਨੂੰ ਸੱਚ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਪਤਾ ਹੋਣਾ ਚਾਹੀਦਾ।